हाँ जी, ਨੈਕਸਟ ਸਾਡੀ 10B ਤੱਕ ਅਸੀਂ ਕਰ ਚੁੱਕੇ ਸੀਗੇ। ਨੈਕਸਟ ਸਾਡੀ 10C ਵੈਕਟਰ ਦੀ 10C ਵੈਕਟਰ ਦੀ ਸੀ। ਉਹਦੇ ਕੁਛ ਬੇਸਿਕ ਇਹ ਆ ਕਿ ਰੀਪ੍ਰਜੈਂਟੇਸ਼ਨ ਆਫ ਅ ਵੈਕਟਰ। ਪਹਿਲਾਂ ਤਾਂ ਅਸੀਂ ਕਿਸੇ ਵੈਕਟਰ ਨੂੰ ਕਿਵੇਂ ਰੀਪ੍ਰਜੈਂਟ ਕਰਦੇ ਹਾਂ। ਵੈਕਟਰ ਕੀ ਹੁੰਦਾ? ਵੈਕਟਰ ਦੀ ਨੋਟੇਸ਼ਨ ਉੱਪਰ ਐਰੋ ਹੁੰਦਾ, ਮਤਲਬ ਉਹਦੀ ਡਾਇਰੈਕਸ਼ਨ ਪਤਾ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਹੁਣ ਵੈਕਟਰ ਅਗਰ ਅਸੀਂ 3D 'ਚ ਪੜ੍ਹ ਰਹੇ ਹਾਂ ਤਾਂ ਵੈਕਟਰ ਦੀ ਐਕਸ ਐਕਸਿਸ, ਜੇ ਮੈਨੂੰ ਐਕਸ ਐਕਸਿਸ ਲੈਣੀ ਹੈ, ਇਸ ਅਕੋਰਡਿੰਗ ਕੀ ਡਾਇਰੈਕਸ਼ਨ ਹੋਊਗੀ? ਆਈ ਕੈਪ। ਇਸ ਅਕੋਰਡਿੰਗ ਵਾਈ ਐਕਸਿਸ ਦੇ ਅਕੋਰਡਿੰਗ ਕੀ ਡਾਇਰੈਕਸ਼ਨ ਹੋਊਗੀ? ਮੰਨ ਲਓ ਡਾਇਰੈਕਸ਼ਨ ਜੇ ਕੈਪ ਆ। ਔਰ ਜ਼ੈਡ ਐਕਸਿਸ ਦੇ ਅਕੋਰਡਿੰਗ ਉਹਦੀ ਕੀ ਡਾਇਰੈਕਸ਼ਨ ਹੋਊਗੀ? ਦੈਟ ਇਜ਼ ਕੇ ਕੈਪ। ਇਹਦਾ ਮਤਲਬ ਅਗਰ ਅਸੀਂ ਨਾਲ ਡਾਇਰੈਕਸ਼ਨ ਡਿਫਾਈਨ ਕਰੀਏ ਦੈਨ ਉਹ ਕੀ ਬਣ ਜਾਂਦਾ? ਵੈਕਟਰ। ਤਾਂ ਵੈਕਟਰ ਦੀ ਰਿਪ੍ਰਜੈਂਟੇਸ਼ਨ ਕੀ ਹੈ? ਏ ਆਈ ਕੈਪ, ਬੀ ਜੇ ਕੈਪ, ਜ਼ੈਡ ਕੇ ਕੈਪ। ਉਸ ਤੋਂ ਬਾਅਦ ਆ ਗਿਆ ਯੂਨਿਟ ਵੈਕਟਰ। ਯੂਨਿਟ ਵੈਕਟਰ ਕਦੋਂ ਬਣਦਾ ਵਾ? ਯੂਨਿਟ ਵੈਕਟਰ ਅਗਰ ਅਸੀਂ ਕਿਸੇ ਵੈਕਟਰ ਨੂੰ ਉਹਦੇ ਮੈਗਨੀਟਿਊਡ ਦੇ ਨਾਲ ਡਿਵਾਈਡ ਕਰ ਦਈਏ। ਵੈਸੇ ਵੀ ਯੂਨਿਟ ਵੈਕਟਰ ਵੈਸੇ ਉਹਨੂੰ ਕਹਿੰਦੇ ਆ ਕਿ ਜਿਹਦੀ ਵੈਲਿਊ ਓਵਰਆਲ ਕਿੰਨੀ ਹੋਵੇ? 1। ਠੀਕ ਹੈ ਜੀ। ਵੈਸੇ ਇਹਦਾ ਫਾਰਮੂਲਾ ਫਾਈਂਡ ਕਰਨ ਦਾ ਕੀ ਹੈ ਕਿ ਕੋਈ ਵੀ ਵੈਕਟਰ ਨੂੰ ਉਹਦੇ ਮੈਗਨੀਟਿਊਡ ਨਾਲ ਡਿਵਾਈਡ ਕਰ ਦਿਓ ਦੈਨ ਉਹ ਕੀ ਬਣ ਜਾਂਦਾ? ਯੂਨਿਟ ਵੈਕਟਰ। ਯੂਨਿਟ ਵੈਕਟਰ ਦੀ ਨੋਟੇਸ਼ਨ ਕੀ ਹੁੰਦੀ ਆ? ਆਰ ਕੈਪ। ਅਗਰ ਅਸੀਂ ਕਿਸੇ ਵੈਕਟਰ ਦੀ ਕੈਪ ਕੱਢਣੀ ਆ, ਉਹੀ ਵੈਕਟਰ ਉੱਪਰ ਲਿਖ ਕੇ ਡਿਵਾਈਡ ਕਰ ਦਿਓ ਉਹਦੇ ਮੈਗਨੀਟਿਊਡ ਨਾਲ। ਹੁਣ ਮੈਗਨੀਟਿਊਡ ਕੀ ਹੁੰਦਾ? ਕੋਈ ਗਿਵਨ ਵੈਕਟਰ ਆ ਮੰਨ ਲਓ ਏ ਆਈ ਕੈਪ, ਬੀ ਜੇ ਕੈਪ, ਜ਼ੈਡ ਕੇ ਕੈਪ। ਮੈਂ ਇਹਦਾ ਮੈਗਨੀਟਿਊਡ ਕਰਨਾ, ਉਹ ਕੀ ਆਊਗਾ? ਰੂਟ ਆਈ ਕੈਪ ਦਾ ਸਕੇਅਰ ਏ ਸਕੇਅਰ, ਜੇ ਕੈਪ ਦਾ ਬੀ ਸਕੇਅਰ, ਜ਼ੈਡ ਸਕੇਅਰ। ਪੋਜੀਸ਼ਨ ਵੈਕਟਰ। ਠੀਕ ਹੈ। ਮੈਗਨੀਟਿਊਡ ਸਮਝ ਲੱਗ ਗਈ? ਜਿਵੇਂ ਮੰਨ ਲਓ ਮੈਨੂੰ ਕੋਈ ਆ ਦਿੱਤਾ ਹੋਇਆ 5 ਆਈ ਕੈਪ ਮਾਈਨਸ 3 ਜੇ ਕੈਪ 1 ਕੇ ਕੈਪ। ਇਹਦਾ ਮੈਂ ਮੈਗਨੀਟਿਊਡ ਕਰਨਾ, ਉਹ ਕੀ ਆਊਗਾ? ਰੂਟ ਆਈ ਜੇ ਕੇ ਕੈਪ ਦੇ ਕੋਫੀਸ਼ੀਐਂਟ 5 ਸਕੇਅਰ ਪਲੱਸ ਮਾਈਨਸ 3 ਦਾ ਸਕੇਅਰ ਪਲੱਸ 1 ਦਾ ਸਕੇਅਰ। ਇਹ ਕਿੰਨਾ ਆ ਜਾਊਗਾ? 25 ਪਲੱਸ 9 ਪਲੱਸ 1। ਇਹ ਜੋ ਵੀ ਦਾ ਟੋਟਲ ਆਊਗਾ ਦੈਟ ਇਜ਼ ਦਾ ਮੈਗਨੀਟਿਊਡ। ਮੈਗਨੀਟਿਊਡ ਦੇ ਵਿੱਚ ਮੈਗਨੀਟਿਊਡ ਕੀ ਹੁੰਦੀ ਹੈ? ਕਿਸੇ ਵੈਕਟਰ ਦੀ ਵੈਲਿਊ ਬਿਨਾਂ ਡਾਇਰੈਕਸ਼ਨ ਤੋਂ ਟੋਟਲ ਵੈਲਿਊ। ਜਿਵੇਂ ਮੈਂ ਕਹਾਂ 20 ਕਿਲੋਮੀਟਰ ਮੈਂ ਨੌਰਥ ਵੱਲ ਜਾਣਾ, 20 ਕਿਲੋ ਨੌਰਥ ਵੱਲ ਤਾਂ ਮੇਰਾ ਵੈਕਟਰ ਹੋ ਗਿਆ ਕਿਉਂਕਿ ਨੌਰਥ ਮੇਰੀ ਡਾਇਰੈਕਸ਼ਨ ਹੋ ਗਈ। ਲੇਕਿਨ ਇਹਦਾ ਜਿਹੜਾ ਮੈਗਨੀਟਿਊਡ ਆ ਉਹ ਕੀ ਹੋ ਗਿਆ ਤੁਹਾਡੇ ਕੋਲੋਂ? 20। ਦੈਟ ਇਜ਼ ਦਾ ਮੈਗਨੀਟਿਊਡ। ਠੀਕ ਹੈ ਜੀ। ਹੁਣ ਅੱਗੇ ਦੇਖੋ ਪੋਜੀਸ਼ਨ ਵੈਕਟਰ। ਇੱਕ ਇਹ ਵੀ ਚੀਜ਼ ਆ ਕਿ ਅਗਰ ਅਸੀਂ ਕਿਸੇ ਵੈਕਟਰ ਦੀ ਮੈਜ਼ਰਮੈਂਟ ਉਹਦੇ ਓਰੀਜਨ ਤੋਂ ਕਰੀਏ, ਉਹ ਤੋਂ ਜਿੱਥੇ ਉਹ ਪੁਆਇੰਟ ਦੇ ਕੋਆਰਡੀਨੇਟ 0 0 ਹੋਣ। ਠੀਕ ਹੈ ਜੀ। ਅਸੀਂ ਅਗਰ ਕਿਸੇ ਵੈਕਟਰ ਦੀ ਮੈਜ਼ਰਮੈਂਟ O ਤੋਂ ਕਰੀਏ, ਜਿਵੇਂ A ਦੀ ਮੈਜ਼ਰਮੈਂਟ O ਤੋਂ ਕਰੀਏ, B ਦੀ O ਤੋਂ ਕਰੀਏ, ਤਾਂ ਜਿਹੜਾ ਸਾਡਾ ਪੋਜੀਸ਼ਨ ਵੈਕਟਰ AB ਦਾ ਪੋਜੀਸ਼ਨ ਵੈਕਟਰ ਕੀ ਹੋਊਗਾ? ਉਹਦੇ ਓਰੀਜਨ ਤੋਂ ਪਿਛਲੇ ਵਾਲਾ ਮਾਈਨਸ ਕਰ ਦਿਓ। B ਜਿੱਥੋਂ ਸਟਾਰਟ ਹੋਇਆ ਸੀ OB ਮਾਈਨਸ OA। ਮੰਨ ਲਓ AP ਦਾ ਪੋਜੀਸ਼ਨ ਵੈਕਟਰ ਲਿਖਣਾ, ਉਹ ਕੀ ਹੋਊਗਾ? OP ਮਾਈਨਸ OA। ਇਹਦੇ ਵਿੱਚ ਕੁਛ ਨਹੀਂ ਹੈ, ਇਹਦੇ ਵਿੱਚ ਜਸਟ ਇੱਕ ਨੋਟੇਸ਼ਨ ਦੱਸੀ ਹੋਈ ਆ ਕਿ AC ਵੈਕਟਰ ਨੂੰ ਅਸੀਂ ਇਨ ਫੋਰਮ ਆਫ ਪੋਜੀਸ਼ਨ ਵੈਕਟਰ ਲਿਖਣਾ ਕਿ ਲਿਖੂੰਗੀ OC, ਮਤਲਬ ਦੂਜੇ ਨੰਬਰ ਵਾਲਾ ਮਾਈਨਸ ਪਹਿਲੇ ਨੰਬਰ ਵਾਲਾ। ਇਹ ਤਾਂ ਹੋ ਗਈ ਨੋਟੇਸ਼ਨ। ਕਈ ਵਾਰ ਅਸੀਂ ਔਰਲੀ ਮਾਈਨਸ ਕਰ ਦਿੰਦੇ ਹਾਂ ਕਿ C ਕੋਆਰਡੀਨੇਟ ਦੇ ਵਿੱਚੋਂ A ਕੋਆਰਡੀਨੇਟ ਮਾਈਨਸ ਕਰਕੇ ਸਾਡੇ ਕੋਲ ਕੀ ਆ ਜਾਊਗਾ? AC। ਜਿਵੇਂ AB ਹੈ ਤਾਂ ਇਹਦਾ ਮਤਲਬ ਅਸੀਂ ਕਈ ਵਾਰ ਨਹੀਂ ਸ਼ੋਅ ਕਰਦੇ OB ਮਾਈਨਸ OA। ਅਸੀਂ ਕੀ ਕਰਦੇ ਹਾਂ? B ਵੈਕਟਰ 'ਚੋਂ A ਮਾਈਨਸ ਘਟਾ ਦਿੰਦੇ ਹਾਂ। ਠੀਕ ਹੈ ਜੀ। ਉਹ ਸਾਡਾ AB ਆ ਜਾਂਦਾ। ਸਮ ਕਰਾਂਗੇ ਉਦੋਂ ਜ਼ਿਆਦਾ ਕਲੀਅਰ ਹੋ ਜਾਊਗਾ। ਇੱਕ ਹੁੰਦਾ ਸੈਕਸ਼ਨ ਫਾਰਮੂਲਾ। ਤੁਸੀਂ ਅੱਗੇ 3D ਜਿਓਮੈਟਰੀ 'ਚ ਕੀਤਾ ਹੋਇਆ, ਜਿਸ 'ਚ ਸਾਨੂੰ ਵਰਟਿਸਿਸ ਦਿੱਤੇ ਹੁੰਦੇ ਆ A B C, ਹੈ ਨਾ, ਕੋਆਰਡੀਨੇਟ ਦਿੱਤੇ ਹੁੰਦੇ ਆ। ਬਟ ਹੁਣ ਅਸੀਂ ਵੈਕਟਰ ਪੜ੍ਹ ਰਹੇ ਹਾਂ। ਸਾਨੂੰ ਇੱਥੇ A ਵੈਕਟਰ B ਵੈਕਟਰ, ਮਤਲਬ ਕੋਈ X1 I ਕੈਪ, Y1 J ਕੈਪ, Z1 K ਕੈਪ। ਇਹਦੇ B ਦੇ ਕੋਆਰਡੀਨੇਟ ਹੋਣਗੇ X2 I ਕੈਪ, Y2 J ਕੈਪ, Z2 K ਕੈਪ। ਇਹ ਦੋ ਕੋਆਰਡੀਨੇਟ ਦਿੱਤੇ ਹੋਣਗੇ। ਆ ਕੀ ਦਿੱਤੇ ਹੋਣਗੇ? ਉਹਦੀਆਂ ਰੇਸ਼ੋਜ਼ ਦਿੱਤੀਆਂ ਹੋਣਗੀਆਂ। ਆਪਾਂ ਜਿਵੇਂ ਪਹਿਲਾਂ ਕਰਦੇ ਸੀਗੇ ਕਿ M ਨੂੰ ਦੂਰ ਵਾਲੇ ਕੋਆਰਡੀਨੇਟ ਨਾਲ ਮਲਟੀਪਲਾਈ ਕਰਦੇ ਸੀ। ਹੁਣ ਅਸੀਂ ਇਸ ਪੁਆਇੰਟ C ਦਾ ਵੈਕਟਰ ਕੱਢਣਾ, ਮਤਲਬ M ਨੂੰ ਦੂਰ ਵਾਲੇ ਵੈਕਟਰ ਨਾਲ ਮਲਟੀਪਲਾਈ, 1 ਨੂੰ ਦੂਰ ਵਾਲੇ ਵੈਕਟਰ ਨਾਲ ਮਲਟੀਪਲਾਈ। ਜੇ ਇੰਟਰਨਲ ਡਿਵੀਜ਼ਨ ਆ ਤਾਂ ਪਲੱਸ ਆਊਗਾ, ਫਿਰ ਰੇਸ਼ੋਜ਼ ਦਾ ਜੋੜ ਆਊਗਾ। ਠੀਕ ਹੈ ਜੀ। ਜੇ ਇੱਥੇ N ਆ, ਸੋਰੀ, ਇਹ ਹੈਗਾ ਸਾਡਾ ਇੰਟਰਨਲ ਫਾਰਮੂਲਾ ਸੈਕਸ਼ਨ ਦਾ। ਜੇ ਸਾਡੀ ਐਕਸਟਰਨਲ ਡਿਵੀਜ਼ਨ ਦਿੱਤੀ ਹੋਈ ਹੈ ਫਿਰ ਸੇਮ ਫਾਰਮੂਲਾ ਕੀ ਆਊਗਾ? M ਇੰਟੂ B ਵੈਕਟਰ। ਐਕਸਟਰਨਲ 'ਚ ਕੀ ਆ ਜਾਂਦਾ? ਮਾਈਨਸ N ਇੰਟੂ A ਵੈਕਟਰ, M ਮਾਈਨਸ 1।
ठीक है जी। एक बार उतारने उतार लो, ये सारे थोड़े बेसिक फॉर्मूले ने वैक्टर दे। 10C थोड़ी इंपॉर्टेंट है, मल्टीपल चॉइस दे पॉइंट ऑफ व्यू नाल भी इंपॉर्टेंट है, काफ़ी सम आ जाते हैं ये। उस तो बाद देखो मेन इंपॉर्टेंट ਇਹਦਾ ਤਾਂ ਇੱਕ ਨੰਬਰ ਦਾ ਪੱਕਾ ਹੀ ਆਂਦਾ ਹੁੰਦਾ ਸਮ ਡਾਇਰੈਕਸ਼ਨ ਰੇਸ਼ੋ। ਮੈਂ ਤੁਹਾਨੂੰ ਇਹ ਸਿਖਾਇਆ ਨਾ, ਆਰ ਵੈਕਟਰ ਆ ਜਿਹੜਾ ਉਹ ਕਿਹਦੇ ਬਰਾਬਰ, ਉਹਦੀ ਨੋਟੇਸ਼ਨ ਕੀ ਹੈ, A ਇੰਟੂ ਆਈ ਕੈਪ, B ਇੰਟੂ ਜੇ ਕੈਪ, Z ਇੰਟੂ ਕੇ ਕੈਪ। A B ਇੱਥੇ C ਕਰਨਾ ਸੀ, ਕੋਈ ਸਾਡੇ ਸਕੇਲਰਸ ਹੋਣਗੇ, ਇਹਨਾਂ ਦੀਆਂ ਕੋਈ ਵੈਲਿਊਜ਼ ਹੋਣਗੇ। ਤਾਂ I ਦਾ ਕੋਫੀਸ਼ੀਐਂਟ ਅਤੇ J ਦਾ ਕੋਫੀਸ਼ੀਐਂਟ ਅਤੇ K ਦਾ ਕੋਫੀਸ਼ੀਐਂਟ, ਉਹਨੂੰ ਅਸੀਂ ਕੀ ਬੋਲ ਦਿੰਦੇ ਹਾਂ, ਡਾਇਰੈਕਸ਼ਨ ਰੇਸ਼ੋ। ਫੋਰ ਐਗਜ਼ਾਮਪਲ ਜਿਵੇਂ 5 ਆਈ ਕੈਪ ਮਾਈਨਸ 3 ਜੇ ਕੈਪ ਪਲੱਸ ਕੇ ਕੈਪ, ਇਹਦੀਆਂ ਡਾਇਰੈਕਸ਼ਨ ਰੇਸ਼ੋ ਕੀ ਆਉਣਗੀਆਂ। ਡਾਇਰੈਕਸ਼ਨ ਰੇਸ਼ੋ ਅਸੀਂ ਇੱਦਾਂ ਨੋਟੇਸ਼ਨ ਆ ਉਹਦੀ, ਇੱਦਾਂ ਸਾਈਨ ਪਾਉਂਦੇ ਹਾਂ। ਉਹ 'ਚ ਪਹਿਲਾਂ 5, ਫਿਰ ਕੋਮਾ -3 ਅਤੇ 1, ਇਹ ਮੇਰੀਆਂ ਕੀ ਆ ਜਾਣਗੀਆਂ, ਡਾਇਰੈਕਸ਼ਨ ਰੇਸ਼ੋ। ਡਾਇਰੈਕਸ਼ਨ ਕੋਸਾਈਨ, ਇਹਨਾਂ ਦੀ ਨੋਟੇਸ਼ਨ LMN ਨਾਲ ਹੁੰਦੀ ਆ। ਡਾਇਰੈਕਸ਼ਨ ਰੇਸ਼ੋ ਦੀ ਨੋਟੇਸ਼ਨ ABC ਹੁੰਦੀ ਆ, ਮਤਲਬ ਵੈਕਟਰ ਦੇ ਕੋਫੀਸ਼ੀਐਂਟ IJK ਦੇ। LMN ਡਾਇਰੈਕਸ਼ਨ ਰੇਸ਼ੋ ਤੋਂ ਡਿਵਾਈਡ ਹੁੰਦੇ ਆ। LMN ਕਿਵੇਂ ਬਣਦੇ ਆ, L = ਕੀ ਹੁੰਦਾ, ਫਸਟ ਡਾਇਰੈਕਸ਼ਨ ਰੇਸ਼ੋ ਡਿਵਾਈਡਡ ਬਾਏ ਮੈਗਨੀਟਿਊਡ, ਪੂਰੇ ਵੈਕਟਰ ਦਾ ਮੈਗਨੀਟਿਊਡ ਤੁਹਾਨੂੰ ਕੱਢਣਾ ਆ ਗਿਆ। M ਸੈਕਿੰਡ ਡਾਇਰੈਕਸ਼ਨ ਰੇਸ਼ੋ, ਪੂਰੇ ਵੈਕਟਰ ਦਾ ਮੈਗਨੀਟਿਊਡ। N = ਥਰਡ ਡਾਇਰੈਕਸ਼ਨ ਰੇਸ਼ੋ ਓਵਰ ਪੂਰਾ ਮੈਗਨੀਟਿਊਡ। ਅੱਗੇ ਜਾ ਕੇ ਅਸੀਂ 3D ਜਿਓਮੈਟਰੀ 'ਚ ਡਿਟੇਲ 'ਚ ਪੜ੍ਹਾਂਗੇ ਡਾਇਰੈਕਸ਼ਨ ਕੋਸਾਈਨ ਬਾਰੇ, ਕਿਵੇਂ ਬਣਦੇ ਆ ਅਲਫਾ ਬੀਟਾ ਗਾਮਾ ਐਂਗਲ ਤੋਂ। ਠੀਕ ਆ, ਫਿਲਹਾਲ ਇੰਨਾ ਕੁ ਕਰੋ। ਹੁਣ ਦੇਖੋ ਫਸਟ ਐਗਜ਼ਾਮਪਲ ਦੇਖੋ, ਉਹਨੇ ਕੀ ਕਿਹਾ, find the position vector of a point which divide the join of the point with the position vector this and this externally this। ਹੁਣ ਤੁਹਾਨੂੰ ਦੋ ਵੈਕਟਰ ਦਿੱਤੇ ਹੋਏ ਆ, ਆਪਾਂ ਇਹਨਾਂ ਨੂੰ, ਮੈਨੂੰ ਦੋ ਵੈਕਟਰ ਜੋ ਦਿੱਤੇ ਹੋਏ ਆ ਮੈਂ ਉਹ ਲਿਖ ਲੈਣੀ ਹੈ। ਇੱਕ ਮੈਨੂੰ ਦਿੱਤਾ ਹੋਇਆ A - 2B ਅਤੇ ਇੱਕ ਮੈਨੂੰ ਦਿੱਤਾ ਹੋਇਆ 2A + B। ਇਹਨਾਂ ਦੀ ਜਿਹੜੀ ਡਿਵੀਜ਼ਨ ਆ 2:1 ਨਾਲ ਦਿੱਤੀ ਹੋਈ ਆ ਮੈਨੂੰ। ਠੀਕ ਹੈ, ਮੈਂ ਆਹ ਵੈਕਟਰ ਕੱਢਣਾ ਵਾ, ਆਹ ਜੋ ਵੀ ਅਨਨੋਨ ਵੈਕਟਰ ਹੈ ਉਹ ਕਿਹਦੇ ਮੇਰੇ ਬਰਾਬਰ ਆਊਗਾ, ਰਿਕੁਆਇਰਡ ਪੋਜੀਸ਼ਨ ਵੈਕਟਰ। ਪੋਜੀਸ਼ਨ ਵੈਕਟਰ ਨੂੰ PV ਲਿਖ ਦਿੰਦੇ ਆ। ਉਹ ਕੀ ਆਊਗਾ, 2 ਇੰਟੂ ਦੂਰ ਵਾਲਾ ਵੈਕਟਰ। ਫਿਰ ਆਪਾਂ ਨੂੰ ਇਹ ਐਕਸਟਰਨਲੀ ਕਿਹਾ ਤਾਂ ਮਾਈਨਸ ਆਊਗਾ, 1 ਇੰਟੂ ਦੂਰ ਵਾਲਾ ਵੈਕਟਰ। ਫਿਰ ਕੀ ਆਊਗਾ, 2 - 1। ਇਹ ਕੀ ਆਊਗਾ, 3A ਵੈਕਟਰ + 4B ਵੈਕਟਰ ਅਪੋਨ 1। ਇਹ ਕੀ ਆ ਜਾਊਗਾ, 3A ਵੈਕਟਰ + 4B ਵੈਕਟਰ। ਦੈਟ ਇਜ਼ ਦਾ ਆਨਸਰ। ਨੈਕਸਟ ਸੈਕਿੰਡ ਐਗਜ਼ਾਮਪਲ ਉਹਨੇ ਕੀ ਹੈ, 2 ਵੈਕਟਰ ਨੇ ਦਿਸ 1 ਐਂਡ ਦਿਸ 1, ਰੀਪ੍ਰਜੈਂਟ ਦਾ 2 ਸਾਈਡ AB ਅਤੇ AC। ਮੈਨੂੰ ABC ਦੀਆਂ 2 ਸਾਈਡਸ ਦਿੱਤੀਆਂ ਹੋਈਆਂ ਨੇ ਟਰਾਇੰਗਲ ਦੀਆਂ, ਜਿਹੜੀਆਂ ਟਰਾਇੰਗਲ ਦੀਆਂ 2 ਸਾਈਡਸ ਨੇ AB ਅਤੇ AC, ਉਹਦੀ ਸਾਨੂੰ ਆਹ ਵੈਕਟਰ ਦਿੱਤੇ ਹੋਏ ਆ। ਫਾਈਂਡ ਦਾ ਲੈਂਥ ਆਫ ਦਾ ਮੀਡੀਅਨ ਥਰੂ A ਦੇ ਵਿੱਚੋਂ ਅਸੀਂ ਇੱਕ ਮੀਡੀਅਨ ਡਰਾ ਕਰਨਾ, ਜਿਹੜਾ A ਦੇ ਵਿੱਚੋਂ ਮੀਡੀਅਨ ਡਰਾ ਕਰਾਂਗੇ ਉਹ ਕਿਤੇ ਮੀਟ ਕਰੂਗਾ, BC 'ਤੇ। ਤਾਂ ਸਾਡੀ ਜਿਹੜੀ A ਤੋਂ D ਤੱਕ ਲੈਂਥ ਆ, ਅਸੀਂ ਉਹ ਮੈਜ਼ਰ ਕਰਨੀ ਆ। ਮਤਲਬ ਸਾਡੀ ਆਹ ਸਿਚੁਏਸ਼ਨ ਆ, A ਜੇ ਤੁਸੀਂ ਇੱਥੇ ਲੈਂਦੇ ਹੋ, B ਇੱਥੇ ਲੈਂਦੇ ਹੋ, C। A ਤੋਂ ਸਾਡੀਆਂ ਡਾਇਰੈਕਸ਼ਨਸ ਗਈਆਂ, ਮੰਨ ਲਓ A ਸਾਡਾ ਓਰੀਜਨ ਆ 0 0 0। ਠੀਕ ਹੈ ਜੀ। ਇੱਥੋਂ ਮੇਰਾ ਜਿਹੜਾ ਵੈਕਟਰ, ਮੈਨੂੰ 2 ਵੈਕਟਰ ਦਿੱਤੇ ਹੋਏ ਆ, J ਕੈਪ K ਕੈਪ। ਇੱਕ ਵੈਕਟਰ ਕੀ ਦਿੱਤਾ ਹੈ, 3I ਕੈਪ - J ਕੈਪ + 4K ਕੈਪ। ਰੀਪ੍ਰਜੈਂਟ ਦਾ 2 ਸਾਈਡਸ ਆਫ AB। ਦੇਖੋ AB ਦਾ ਵੈਕਟਰ J ਕੈਪ + K ਕੈਪ ਦਿੱਤਾ ਹੋਇਆ, AC ਦਾ ਕੀ ਦਿੱਤਾ ਹੋਇਆ, AC ਸੋਰੀ ਆ ਇਹਦੀ ਵੈਲਿਊ ਨਹੀਂ ਹੈਗੀ, AC ਦੀ ਆ। ਠੀਕ ਹੈ ਜੀ। ਇੱਕ ਮੈਨੂੰ AB, ਇੱਕ AC ਪੜ੍ਹ ਕੇ ਦੇਖੋ, 2 ਵੈਕਟਰਸ ਦਿਸ ਐਂਡ ਦਿਸ ਰੀਪ੍ਰਜੈਂਟ ਦਾ 2 ਸਾਈਡ ਆਫ AB ਅਤੇ AC। ਮਤਲਬ AB ਨੂੰ ਆ ਰਿਪ੍ਰਜੈਂਟ ਕਰ ਰਿਹਾ, AC ਨੂੰ ਆ। ਫਾਈਂਡ ਦਾ ਲੈਂਥ ਆਫ ਦਾ ਮੀਡੀਅਨ ਥਰੂ A ਦੇ ਵਿੱਚੋਂ ਜਿਹੜਾ ਇੱਕ ਮੀਡੀਅਨ ਜਾ ਰਿਹਾ D। ਇੱਕ ਤੁਸੀਂ 10th ਵਿੱਚ ਪੜ੍ਹਿਆ ਹੋਊਗਾ ਕਿ ਜਿਹੜੀ ਮੀਡੀਅਨ ਆ ਉਹ ਸਾਹਮਣੇ ਵਾਲੀ ਜਿਹੜੀ ਸਾਈਡ ਆ ਦੈਟ ਇਜ਼ BC, ਉਹਨੂੰ ਇਕੁਅਲੀ ਲੈਂਥ ਦੇ ਵਿੱਚ ਡਿਵਾਈਡ ਕਰਦਾ। ਮਤਲਬ D ਕੀ ਹੋ ਗਿਆ, ਮਿਡ ਪੁਆਇੰਟ। D ਇਜ਼ ਦਾ ਮਿਡ ਪੁਆਇੰਟ ਆਫ BC। ਇੱਕ ਤਾਂ ਮੈਨੂੰ ਇਹ ਪਤਾ ਲੱਗ ਗਿਆ। ਤਾਂ ਅਸੀਂ A ਅਤੇ D ਦੀ ਜਿਹੜੀ ਲੈਂਥ ਫਾਈਂਡ ਕਰਨੀ ਆ। ਜੇ ਮੈਨੂੰ D ਦੇ ਕੋਆਰਡੀਨੇਟ ਪਤਾ ਲੱਗ ਜਾਣ, D ਦੇ ਕੋਆਰਡੀਨੇਟ ਕੀ ਹੋਣਗੇ, D ਇਜ਼ ਦਾ ਮਿਡ ਪੁਆਇੰਟ ਆਫ BC। ਮੈਨੂੰ BC ਦੇ ਕੋਆਰਡੀਨੇਟ ਚਾਹੀਦੇ ਆ, BC ਦੇ ਕੋਆਰਡੀਨੇਟ ਚਾਹੀਦੇ ਆ, ਫਿਰ D ਦੇ ਆ ਜਾਣਗੇ। ਜੇ D ਦੇ ਕੋਆਰਡੀਨੇਟ ਆ ਜਾਣਗੇ ਫਿਰ ਡਿਸਟੈਂਸ ਫਾਰਮੂਲਾ ਲਗਾ ਕੇ AD ਦੀ ਮੇਰੀ ਕੀ ਆ ਜੂਗੀ, ਲੈਂਥ।
ਹੁਣ ਦੇਖੋ ਤੁਸੀਂ ਕੋਆਰਡੀਨੇਟ ਕਿਵੇਂ ਫਾਈਂਡ ਕਰਨੇ ਆ, A ਤੋਂ B। ਇੱਥੇ ਕੀ ਦਿੱਤਾ ਹੋਇਆ, I ਕੈਪ 0 ਆ, J ਕੈਪ 1, K ਕੈਪ ਦਾ ਕੋਫੀਸ਼ੀਐਂਟ 1। ਮੈਂ ਕੋਆਰਡੀਨੇਟ ਚਲ ਗਈ, ਜਿਵੇਂ ਆਪਾਂ ਨੇ ਕੋਆਰਡੀਨੇਟ ਜਿਓਮੈਟਰੀ ਆ ਗਈ ਜਿਹੜੀ ਆਪਾਂ +1 'ਚ ਪੜ੍ਹੀ ਸੀ। ਵੈਕਟਰ ਤੋਂ ਮੈਂ ਵਰਸਿਸ ਲਿਖ ਦਿੰਦੇ ਆ। ਇੱਕ ਮੈਨੂੰ ਕੀ ਦਿੱਤਾ ਹੈ 3 -1 1, ਇੱਥੇ ਕੀ ਆ ਜਾਊਗਾ 3 -1 1। ਹੁਣ ਮੈਂ ਡੀ ਕੋਆਰਡੀਨੇਟ ਕੱਢ ਲੂੰਗੀ। ਡੀ ਕੋਆਰਡੀਨੇਟ ਮੇਰਾ ਕੀ ਆਊਗਾ, ਇਹਨਾਂ ਦੋਨਾਂ ਦਾ ਸਮ ਟੋਟਲ ਡਿਵਾਈਡਡ ਬਾਈ 2, ਕੋਮਾ -1 ਤੇ 1 ਡਿਵਾਈਡਡ ਬਾਈ 2, ਕੋਮਾ 1 + 1 ਡਿਵਾਈਡਡ ਬਾਈ 2। ਡੀ ਕਿਦੇ ਕੀ ਆ ਗਏ -3/2, -1 ਤੇ +1 0, ਇਹ ਕੀ ਆ ਗਿਆ 0, ਇਹ ਕੀ ਆ ਗਿਆ 2/2, ਕਿੰਨਾ ਆ ਗਿਆ 1। ਇਹ ਮੇਰੇ ਡੀ ਦੇ ਕੋਆਰਡੀਨੇਟ ਆ ਗਏ। ਮਤਲਬ ਕਿ ਹੁਣ ਦੇਖੋ ਏ ਦੇ ਕੋਆਰਡੀਨੇਟ ਮੈਨੂੰ ਕੀ ਦਿੱਤੇ ਹੋਏ ਸੀ 0 0 0, ਤੇ ਬੀ ਦੇ ਕੋਆਰਡੀਨੇਟ ਕੀ ਦਿੱਤੇ ਹੋਏ ਸੀ -3/2 0 1, ਹੈ ਨਾ। ਏ ਡੀ ਉਹ ਕੀ ਹੋਗਾ ਰੂਟ ਦਿਸ ਮਾਈਨਸ ਦਿਸ, -3/2 -0 ਦਾ ਸਕੇਅਰ ਪਲੱਸ 0 -0 ਦਾ ਸਕੇਅਰ ਪਲੱਸ 1 -0 ਦਾ ਸਕੇਅਰ। ਇਹ ਕਿੰਨਾ ਆ ਗਿਆ 9/4 प्लस 0 प्लस 1, ये कितना आ गया 9/4 प्लस 0 प्लस 1, ਇਹਦਾ ਕਿੰਨਾ ਆ ਜਾਊਗਾ 4 ਐਲਸੀਅਮ ਆ ਗਿਆ 9 0 ਤੇ 4 रूट 13/4, यानी कि साडा जिहड़ा डिस्टेंस आ वो कितना आ गया गलत आ गया अपने कोलों की सीगा -3/2 0, ਇਹਦਾ कितना आ गया सी 9/4। आ की आया सी साडा 0 -0 0 आ गया सी। थर्ड की सीगा साडा, थर्ड दी मैं वैल्यू गलत पुट की है, थर्ड कोआर्डीनेट ही डी दा सी गलत कढ़िया। डी दा कोआर्डीनेट बई थर्ड देखो 1 ते 1, सी का 3 -1, अच्छा इतने गलती हो गई, इतने 4 सी, ध्यान नाल देखो आ 4 आ, इत्थे की आ जाऊगा 4, तो ये साडा की आ जाऊगा 4 ते 1 5, इत्थे कितना आ जाऊगा डी का कोआर्डीनेट 4 ते 1 5/2। बस इत्थे डिस्टेंस फॉर्मूला ला दो, इत्थे तुहाडे कोल की आ जाऊगा 5/2, वो आंसर आ जाऊगा। ठीक है जी। नैक्सट देखो, नैक्सट उन्हें की किया इफ A is this and B is this, then find the unit vector parallel to the vector this। A ਤੇ B ਮੈਨੂੰ ਦੋ ਵੈਕਟਰ ਦਿੱਤੇ ਹੋਏ ਆ। find the unit vector, ਇੱਥੇ unit vector ਦਾ ਫਾਰਮੂਲਾ ਲੱਗ ਜੂ parallel to the vector this। ਠੀਕ ਹੈ, ਕਹਿੰਦਾ A ਤੇ B ਫਾਈਂਡ, ਮੈਂ ਇੱਕ ਯੂਨਿਟ ਵੈਕਟਰ ਫਾਈਂਡ ਕਰਨਾ ਜਿਹੜਾ ਇਹਨਾਂ ਦੋਨਾਂ ਦੇ ਰਿਜ਼ਲਟੈਂਟ ਦੇ ਪੈਰਲਰ ਆ। ਰਿਜ਼ਲਟੈਂਟ ਮਤਲਬ ਉਹਨਾਂ ਦੇ ਜੋੜ ਦੇ ਪੈਰਲਰ। ਪਹਿਲਾਂ ਆਪਾਂ ਜੋ ਗਿਵਨ ਆ ਉਹ ਲਿਖ ਲਈਏ। ਏ ਵੈਕਟਰ ਮੈਨੂੰ ਕਿੰਨਾ ਦਿੱਤਾ ਹੈ, ਮੈਥ ਖੋਲ੍ਹ ਕੇ ਆਪਣੇ ਨਾਲ ਰੱਖੋ ਤਾਂ ਵੀਡੀਓ 'ਚ ਸਮਝ ਆਊਗੀ। -j ਕੈਪ + k ਕੈਪ। ਬੀ ਵੈਕਟਰ ਕਿੰਨਾ ਦਿੱਤਾ ਹੈ 2i ਕੈਪ - 2j ਕੈਪ + k ਕੈਪ। ਠੀਕ ਹੈ ਜੀ। ਏ ਵੈਕਟਰ + ਬੀ ਵੈਕਟਰ ਪਹਿਲਾਂ ਮੈਂ ਫਾਈਂਡ ਕਰ ਲਾਂ। 4 ਤੇ 2 ਕਿੰਨਾ ਗਿਆ 6i ਕੈਪ - 2 ਤੇ 1 3j ਕੈਪ + 2k ਕੈਪ। ਠੀਕ ਹੈ ਜੀ। A + B। ਹੁਣ ਸਟੇਟਮੈਂਟ ਪੜ੍ਹ ਕੇ ਦੇਖੋ। ਮੇਰਾ ਹੁਣ ਜਿਹੜਾ ਨਵਾਂ ਵੈਕਟਰ ਬਣਿਆ ਇਹਦਾ ਮੈਂ ਕੀ ਫਾਈਂਡ ਕਰਨਾ, ਯੂਨਿਟ ਵੈਕਟਰ। ਦੇਖੋ ਉਹਨੇ ਕੀ ਕਿਹਾ A ਐਂਡ B, ਦੈਨ ਫਾਈਂਡ ਅ ਯੂਨਿਟ ਵੈਕਟਰ ਪੈਰਲਲ ਟੂ ਦਾ ਵੈਕਟਰ ਦਿਸ। ਠੀਕ ਹੈ ਜੀ। ਇਹ ਜਿਹੜਾ ਵੈਕਟਰ ਆ ਗਿਆ, ਠੀਕ ਹੈ ਜੀ, ਇਹਦਾ ਮੈਂ ਕੀ ਫਾਈਂਡ ਕਰਨਾ ਯੂਨਿਟ ਵੈਕਟਰ। ਦੇਖੋ ਦੋ ਵੈਕਟਰ ਦਿੱਤੇ ਹੋਏ ਸੀ, ਕਹਿੰਦਾ ਇੱਕ ਵੈਕਟਰ ਤੁਸੀਂ ਫਾਈਂਡ ਕਰਨਾ, ਜਿਹੜਾ ਤੁਸੀਂ ਫਾਈਂਡ ਕਰਨਾ ਉਹ ਪੈਰਲਰ ਆ A + B ਦੇ। ਠੀਕ ਹੈ ਜੀ। ਹੁਣ ਦੇਖੋ ਆਹ ਜਿਹੜਾ ਪੈਰਲਰ ਵੈਕਟਰ ਹੈ ਵੱਡਾ ਵੀ ਹੋ ਸਕਦਾ, ਇਹ ਤੋਂ ਛੋਟਾ ਵੀ ਹੋ ਸਕਦਾ, ਬਟ ਮੈਨੂੰ ਇੰਨਾ ਪਤਾ ਵੀ ਪੈਰਲਰ ਆ। ਠੀਕ ਹੈ। ਪੈਰਲਰ ਦੀ ਸਾਨੂੰ ਇੱਕ ਚੀਜ਼ ਪਤਾ ਕਿ ਦੋਨੋਂ ਪੈਰਲਰਾਂ ਦੇ ਯੂਨਿਟ ਵੈਕਟਰ ਦੀ ਇੰਨਾ ਕੁ ਅਤੇ ਇੰਨਾ ਕੁ ਤਾਂ ਬਰਾਬਰ ਹੋਊਗਾ। ਯੂਨਿਟ ਵੈਕਟਰ ਤਾਂ ਬਰਾਬਰ ਹੋਊਗਾ, ਦੋ ਪੈਰਲਰ ਵੈਕਟਰ ਦੀ ਯੂਨਿਟ ਵੈਕਟਰ ਬਰਾਬਰ ਹੋਣਗੇ।
ਤੇ ਮੈਂ ਕੀ ਕੀਤਾ a ਪਲਸ b ਦਾ ਤੁਸੀਂ ਪਹਿਲਾਂ ਵੈਕਟਰ ਨਿਕਾਲ ਲਿਆ ਬੀ ਆ ਇਹਦਾ ਵੈਕਟਰ ਨਿਕਾਲ ਲਿਆ a ਪਲਸ b ਕਰਕੇ ਇੱਕ ਨਿਊ ਵੈਕਟਰ ਨਿਕਾਲ ਲਿਆ। ਹੁਣ ਜਿਹੜਾ ਮੇਰਾ ਮੈਂ ਇਹਦਾ ਯੂਨਿਟ ਵੈਕਟਰ ਕੱਢੂੰਗੀ ਉਹੀ ਮੇਰਾ ਰਿਕੁਆਇਰਡ ਲਾਈਨ ਦਾ ਯੂਨਿਟ ਵੈਕਟਰ ਆ ਜਾਊਗਾ। ਮੈਂ ਹੁਣ ਇਹਦਾ ਯੂਨਿਟ ਵੈਕਟਰ ਕੱਢ ਦੂੰਗੀ ਯੂਨਿਟ ਵੈਕਟਰ ਆਫ a ਪਲਸ b ਦਾ। ਠੀਕ ਹੈ ਜੀ। ਰਿਕੁਆਇਰਡ ਮੇਰਾ ਜਿਹੜਾ ਵੈਕਟਰ ਰਿਕੁਆਇਰਡ ਯੂਨਿਟ ਵੈਕਟਰ ਆ ਮੇਰਾ ਰਿਕੁਆਇਰਡ ਯੂਨਿਟ ਵੈਕਟਰ ਆ ਉਹ ਕੀ ਆ ਜਾਊਗਾ a ਵੈਕਟਰ ਪਲਸ b ਵੈਕਟਰ ਡਿਵਾਈਡਡ ਬਾਈ ਇਟਸ ਮੈਗਨੀਟਿਊਡ। a ਪਲਸ b ਵੈਕਟਰ ਮੇਰਾ ਕਿੰਨਾ ਆਇਆ ਸੀ 6i ਕੈਪ ਮਾਈਨਸ 3j ਕੈਪ ਪਲਸ 2k ਕੈਪ ਡਿਵਾਈਡਡ ਬਾਈ ਇਹਦਾ ਮੈਗਨੀਟਿਊਡ a ਦਾ ਸਕੇਅਰ ਪਲਸ b ਦਾ ਸਕੇਅਰ ਪਲਸ 2 ਦਾ ਸਕੇਅਰ ਕਿੰਨਾ ਆ ਜਾਊਗਾ 6 ਮਾਈਨਸ 3i ਕੈਪ ਪਲਸ 2j ਕੈਪ ਇਹ ਕਿੰਨਾ ਆ ਜਾਊਗਾ 36 ਪਲਸ 9 ਪਲਸ 4 यानी कि 6 माइनस 3i कैप माइनस 2j कैप 49 का रूट कितना होंदा 7। ठीक है जी। ये मेरा की आ गया आंसर ए की आ गया मेरा रिक्वायर्ड यूनिट वैक्टर। नैक्सट देखो उन्हें की क्या फाइंड द वैक्टर ज्वाइनिंग द पॉइंट दिस एंड दिस डायरेक्टेड फ्रॉम पी एंड क्यू। डायरेक्टेड फ्रॉम पी एंड क्यू का मतलब की आ पी तो क्यू वाल दी मैनू की दिती हुई है डायरैक्शन पी दे कोआर्डीनेट की दिते हुए 3 0 क्यू दे की दिते हुए आ आपां की फाइंड करना फाइंड द वैक्टर ज्वाइनिंग डायरेक्टेड फ्रॉम असी दे आह पोजीशन वैक्टर जो भी है फाइंड करना यानी कि पी क्यू फाइंड करना ओ की आऊगा ओ क्यू माइनस ओ पी मतलब कि दिस माइनस दिस चाहे इनू वैक्टर फॉर्म च लिख के घटा लो चाहे सीधी पॉइंटा च घटा लो मतलब वैक्टर फॉर्म जे मैं लिखा ओ क्यू दी ओ की आऊगी माइनस आई कैप माइनस 2j कैप माइनस 4k कैप फिर माइनस ओ पी मतलब 2i कैप प्लस 3j कैप प्लस 0 की आऊगा k कैप। ठीक है जी। माइनस ते माइनस कितना हो गया 3i कैप फिर आ माइनस 2 आ माइनस 3 आ माइनस 5 माइनस 2 ते माइनस 3 कितना है 5 जे कैप माइनस 4 के कैप। ठीक है जी। एक ही आ गया पी क्यू वैक्टर आ गया बस यही मैं फाइंड करना सी पी क्यू कर। ठीक है जी। दैट इज़ द आंसर। नैक्सट उन्होंने क्या ए वैक्टर इन्ना बी वैक्टर टू इक्वल वैक्टर दैन राइट द वैल्यू ऑफ एक्स प्लस वाई प्लस जैड। सो गिवन की दिता है वो लिख लो ए वैक्टर की वैल्यू लिख लो बी वैक्टर की वैल्यू लिख लो। ए वैक्टर की वैल्यू कितनी दिती हुई है मैनू एक्स आई कैप प्लस 2j कैप माइनस 2k कैप तो बी वैक्टर की वैल्यू कितनी दिती हुई है 3i कैप। बेटे मैथ नाल निकाल के रखो क्योंकि तुसी स्टेटमेंट चैक करनी होगी जिमें मैं लिख रही हाँ। ये मैनू 2 वैक्टर दिते हुए आ दैन राइट द वैल्यू ऑफ एक्स प्लस वाई प्लस जैड की मैं जी वैल्यू आ वो फाइंड करनी है। हुण मैनू कंडीशन की दी हुई है ए ते बी वैक्टर 2 इक्वल वैक्टर दी हुई है मतलब कि ए वैक्टर बराबर किहदे आ बी वैक्टर दे। ए वैक्टर ਇਹਦਾ मतलब आई कोफिशिएंट दोनों बराबर होणगे तो एक्स की वैल्यू कितनी हो जूगी 3 माइनस वाई की वैल्यू कितनी हो जूगी 2 इत्थे की आ इत्थे Z होगा स्टेटमेंट Z आ 2 नहीं हैगा Z पहले च दिता होया माइनस Z की वैल्यू कितनी होगी 1 तो एक्स की वैल्यू 3 वाई की वैल्यू माइनस 2 Z की वैल्यू भी माइनस 1 आप आ वैल्यू फाइंड करनी है एक्स प्लस वाई प्लस Z यानी कि 3 माइनस 2 माइनस 1 3 माइनस 3 कितना आ गया 0 दैट इज़ द 0 आंसर। नैक्सट उन्होंने की क्या राइट द डायरेक्शन रेशो ऑफ द वैक्टर एंड हैंस कैलकुलेट द डायरेक्शन कोसाइन। उन्हें की क्या राइट द डायरेक्शन रेशो ऑफ द वैक्टर मैनू कोई आर वैक्टर दिता है आई कैप जे कैप माइनस 2 कैप एंड हैंस कैलकुल इहदी मैं डायरेक्शन रेशो फाइंड करनी है। हुण तुहानूं पता डायरेक्शन रेशो किहदे बराबर हुंदी है इधर डायरेक्शन रेशो ए कोमा बी कोमा सी मतलब ए कितना आ गया 1 बी कितना आ गया 1 सी कितना आ गया -2 एक ही आ गया साडा डायरेक्शन रेशो। उस तो बाद की आ गया
ਡਾਇਰੈਕਸ਼ਨ ਕੋਸਾਈਨ। ਡਾਇਰੈਕਸ਼ਨ ਕੋਸਾਈਨ ਕੀ ਹੁੰਦੇ ਆ? ਏ ਅਪੋਨ ਮੈਗਨੀਟਿਊਡ ਪੂਰੇ ਵੈਕਟਰ ਦਾ ਮੈਗਨੀਟਿਊਡ, ਆਰ ਵੈਕਟਰ ਦਾ, ਬੀ ਅਪੋਨ ਪੂਰੇ ਵੈਕਟਰ ਦਾ ਮੈਗਨੀਟਿਊਡ, ਸੀ ਅਪੋਨ ਪੂਰੇ ਵੈਕਟਰ ਦਾ ਮੈਗਨੀਟਿਊਡ। ਠੀਕ ਹੈ ਜੀ। ਆਰ ਦਾ ਅਸੀਂ ਮੈਗਨੀਟਿਊਡ ਆ ਜਿਹੜਾ ਉਹ ਫਾਈਂਡ ਕਰ ਲਾਂਗੇ, 1 + 1 -++4 that is equal to 6. Now we will find the direction ratio. रेशो फाइंड हो चुके हैं। कोसाइन, डायरेक्शन कोसाइन अगर फॉर्मूले तो कन्फ्यूजन होंगी है, बेशक ना फॉर्मूला लिखो। डायरेक्शन रेशो चुको 1 अपॉन पूरे वैक्टर का मैगनीट्यूड दैट इज़ √6। फिर क्या आऊगा 1 अपॉन √6, फिर क्या आऊगा -2 अपॉन √6 दैट इज़ द आंसर। नैक्सट की है राइट द यूनिट वैक्टर इन द डायरेक्शन। मैं एक यूनिट वैक्टर फाइंड करना इन द डायरेक्शन ऑफ सम ऑफ दिस। की करोगे पहला ए ते बी का सम निकाल लोगे, वो एक नवा वैक्टर आ जाऊगा, फिर वह यूनिट वैक्टर फाइंड कर दोगे। यूनिट वैक्टर की डेफिनेशन की होंगी है, जोड़ा आ वैक्टर आ उन्होंने उतार लो, डिवाइडेड बाय इट्स मैगनीट्यूड दैट इज 69 और इन्ना आ गया। नैक्सट उन्हें की क्या, फाइंड द यूनिट वैक्टर इन द डायरेक्शन द सम ऑफ द वैक्टर। ये भी सेम है कि पहला तुसी इहदा सम फाइंड कर लो, सम फाइंड करके एक न्यू वैक्टर आ गया, उन्होंने उन्हें सी कहता, सी वैक्टर का तुसी ओ फाइंड कर दो। दैन सी वैक्टर का तुसी ओहदा मैगनीट्यूड फाइंड कर लो कि 26। यूनिट वैक्टर की डेफिनेशन ला दो, वैक्टर अपॉन इट्स मैगनीट्यूड। नैक्सट देखो, हाँ ये सम बहुत आता पेपर च, इन्हू थोड़ा जिहा समझना भी मुश्किल है, ये पेपर च बहुत आता। फाइंड अ वैक्टर ऑफ मैगनीट्यूड 5 यूनिट एंड पैरेलल टू द रिजल्टेंट ऑफ द वैक्टर। ध्यान नाल समझो, उन्हें की क्या, फाइंड अ वैक्टर। देखो मैं कोई वैक्टर आ, मान लो से आर, ये मैं फाइंड करना। फाइंड अ वैक्टर ऑफ मैगनीट्यूड 5 यूनिट, जो वैक्टर मैं फाइंड करना मैनू ओहदा मैगनीट्यूड कितना दिता होया 5 यूनिट, एंड पैरेलल टू द रिजल्टेंट ऑफ द वैक्टर। कहंदा जेड़ा तुसी वैक्टर फाइंड करना, मान लो आर वैक्टर आ, वो किसी होर वैक्टर दे पैरेलल आ, किहदे वैक्टर, ए वैक्टर ते बी वैक्टर दे रिजल्टेंट दे। रिजल्टेंट मतलब जोड़ दे, तो नवा वैक्टर आ गया। मैनू नहीं पता इन्हां दियां लैंथ बराबर हैगियां कि नहीं, कौन छोटा कौन वड्डा, बट मैनू इन्ना पता पैरेलल आ। पैरेलल का मतलब की हुंदा, जिवें आ आर वैक्टर आ ना, इहदी जिहड़ी टोटल लैंथ आ मैगनीट्यूड, ये तो मैनू दिता होया 5। हुण इहदा मैगनीट्यूड जरूरी नहीं बराबर होगा, इहदा 10 भी हो सकता मैगनीट्यूड, ये जे छोटा वैक्टर होया तो इहदा 2 भी हो सकता, तो मैं बराबर तो नहीं लिख सकती। आपां की करांगे, आ वैक्टर फाइंड करना, आ वैक्टर मैं फाइंड करना, ते आ वैक्टर इहदे की आ पैरेलल आ। हुण आपां की करांगे कि मैं इस वैक्टर का यूनिट वैक्टर कढ ला ते इस वैक्टर का यूनिट वैक्टर, ये तो दोनों आपस च बराबर होणगे। यूनिट मतलब यूनिट वैक्टर तुहानूं पता पैरेलल वैक्टर के बराबर हुंदे आ, एक छोटा हिस्सा यूनिट वैक्टर का। जे मैं दोनों के बराबर रख ला यूनिट वैक्टर, तो मेरी प्रॉब्लम की आ सॉल्व हो सकती है। हुण इहदा यूनिट वैक्टर मैं की निकाल लूँगी, आर वैक्टर, इहदा पहली वाली लाइन का यूनिट वैक्टर की आऊगा, आर वैक्टर डिवाइडेड बाय इहदा मैगनीट्यूड। ठीक है जी। तो इहदा यूनिट वैक्टर दूजी लाइन का की आऊगा, मतलब कोई भी नवा वैक्टर आ, इन्हों बराबर रख लो दोनों यूनिट वैक्टर, क्योंकि कोई भी दो वैक्टर दे जे वो पैरेलल ने तो वह यूनिट वैक्टर तो वह यूनिट वैक्टर आपस की होणगे बराबर। आर वैक्टर 5 इंटू ए वैक्टर प्लस बी वैक्टर, वह मैगनीट्यूड थले है।
ਹੁਣ ਤੁਹਾਡਾ ਆਹੀ ਸਮ ਪੁਰਾਣਾ ਬਣ ਗਿਆ, ਏ ਵੈਕਟਰ ਤੇ ਬੀ ਵੈਕਟਰ ਦਾ ਜੋੜ ਕਰੋ ਤੇ ਉਹਨੂੰ ਉਹਦੇ ਮੈਗਨੀਟਿਊਡ ਦੇ ਨਾਲ ਕੀ ਕਰੋ, ਡਿਵਾਈਡ। ਠੀਕ ਹੈ ਜੀ। ਹੁਣ ਤੁਸੀਂ ਪੇਪਰ 'ਚ ਸ਼ਾਰਟਕਟ ਕਿਵੇਂ ਮਾਰਨਾ, ਜੇ ਕੋਈ ਇੱਕ ਵੈਕਟਰ ਤੁਸੀਂ ਫਾਈਂਡ ਕਰਨਾ, ਉਹਦਾ ਤੁਹਾਨੂੰ ਮੈਗਨੀਟਿਊਡ ਦਿੱਤਾ ਹੋਵੇ ਤੇ ਦੂਜਾ ਵੈਕਟਰ ਪੈਰਲਰ ਦਿੱਤਾ ਹੋਵੇ, ਤੁਸੀਂ ਕੀ ਕਰੋ, ਸਿੱਧਾ ਇੰਨੀ ਡਿਟੇਲ ਕਰਨ ਦੀ ਲੋੜ ਨਹੀਂ, ਤਾਂ ਮੈਂ ਤੁਹਾਨੂੰ ਡਿਟੇਲ 'ਚ ਸਮਝਾਇਆ। ਤੁਸੀਂ ਪਹਿਲਾਂ ਇਹਦਾ ਯੂਨਿਟ ਵੈਕਟਰ ਵਾਲੀ ਡੈਫੀਨੇਸ਼ਨ ਲਗਾ ਦਿਓ ਤੇ ਦੂਜਾ ਵੈਕਟਰ ਨੂੰ 5 ਦੇ ਨਾਲ ਮਲਟੀਪਲਾਈ ਕਰ ਦਿਓ। ਇੱਦਾਂ ਦੇ ਬਹੁਤ ਸਮ ਹੋਣਗੇ, 6 ਯੂਨਿਟ ਆ, ਤੁਸੀਂ ਇਹਦਾ ਯੂਨਿਟ ਵੈਕਟਰ ਫਾਈਂਡ ਕਰੋ, ਏ ਤੇ ਬੀ ਦੇ ਰਿਜ਼ਲਟੈਂਟ ਦਾ, ਉਹਨੂੰ 6 ਨਾਲ ਮਲਟੀਪਲਾਈ ਕਰ ਦਿਓ। ਜੇ ਸਾਨੂੰ ਇੱਥੇ 8 ਯੂਨਿਟ ਦਿੱਤਾ ਹੋਇਆ, ਇਹਦਾ ਤੁਸੀਂ ਯੂਨਿਟ ਵੈਕਟਰ ਫਾਈਂਡ ਕਰੋ, ਉਹਨੂੰ 8 ਦੇ ਨਾਲ ਮਲਟੀਪਲਾਈ ਕਰ ਦਿਓ, ਸਿੱਧਾ ਸ਼ਾਰਟਕਟ। ਜਿਵੇਂ ਮਤਲਬ ਸਿੱਧਾ ਇੱਥੇ 5 ਨਾਲ ਮਲਟੀਪਲਾਈ ਕਰਤੀ, ਜਿੰਨਾ ਵੀ ਮੈਗਨੀਟਿਊਡ ਦਿੱਤਾ। ਤੁਹਾਨੂੰ ਰੀਜ਼ਨ ਮੈਂ ਦੱਸਤਾ ਕਿ ਮਲਟੀਪਲਾਈ ਕਿਉਂ ਕੀਤਾ। ਦੋਨੋਂ ਯੂਨਿਟ ਵੈਕਟਰ ਜਦੋਂ ਅਸੀਂ ਬਰਾਬਰ ਰੱਖਦੇ ਹਾਂ ਤਾਂ ਆਟੋਮੈਟਿਕਲੀ ਉਹ ਰਿਜ਼ਲਟ ਆ ਜਾਂਦਾ। ਠੀਕ ਹੈ। ਬਾਕੀ ਜਿਹੜੀ ਸੀ ਐਕਸਰਸਾਈਜ਼ ਹੈ, ਸੀ ਐਕਸਰਸਾਈਜ਼ ਦੇ ਜਿੰਨੇ ਕੁ ਸਮ ਹੋ ਸਕੇ ਮੈਗਨੀਟਿਊਡ ਆ, ਛੋਟੇ ਛੋਟੇ ਸਮ ਜ਼ਰੂਰ ਕਰਿਓ। ਛੋਟੇ ਵਾਲੇ ਪੋਰਸ਼ਨ ਮਤਲਬ 18 ਤੱਕ ਟਰਾਈ ਕਰ ਲਿਓ ਸਮ। ਬਾਕੀ ਜਿਹੜੇ ਥਿਊਰਮਸ ਟਾਈਪ ਆ ਉਹ ਆਪਾਂ ਕੱਲ੍ਹ ਕੋਲੀਨੀਅਰ ਕੋਪਲੇਨਰ ਪ੍ਰੂਫ ਕਰਨੇ, ਉਹ ਵੀ ਇੰਪੋਰਟੈਂਟ ਆ, ਕੱਲ੍ਹ ਕਰ ਲਾਂਗੇ।